हेलो फ्रेंड्स, वेलकम टू माय चैनल इको ट्यूटर। इस वीडियो ਦੇ ਵਿੱਚ ਆਪਾਂ ਪੜਾਂਗੇ कि व्हाट इज़ इरीगेशन। इरीगेशन जो मोस्ट कॉमन वर्ड है, ये तो सबनों पता होगा कि की ਹੁੰਦਾਗਾ ਸਿੰਜਾਈ। ठीक है जी, जे मैं पंजाबी वर्ड यूज़ कर दिया तो शायद ਤੁਹਾਨੂੰ सबनों पता चल गया इरीगेशन मतलब ਸਿੰਚਾਈ की ਹੁੰਦੀ है, ਸਿੰਜਾਈ की ਹੁੰਦੀ है। ठीक है जी, और इंग्लिश ਦੇ ਵਿੱਚ ਆਪਾਂ ਨੂੰ इरीगेशन ਕਹਿੰਦੇ ਆ। न्यू वर्ड सीख लो ਅੱਜ। ठीक है जी, चलो वीडियो स्टार्ट कर दिया। खेतीबाड़ी ਨੂੰ पानी खेतीबाड़ी ਨੂੰ मतलब इरीगेशन ਦਾ मतलब ਕੀ ਹੁੰਦਾਗਾ, ਸਿੰਜਾਈ ਕੀ ਹੁੰਦੀ ਆ। ਜਿਹੜੀ ਖੇਤੀਬਾੜੀ ਹੁੰਦੀ ਆ ਉਹਨੂੰ ਪਾਣੀ ਦੇਣਾ ਹੀ, ਚਾਹੇ ਉਹ ਨੈਚੁਰਲੀ ਹੋਵੇ ਜਾਂ ਫਿਰ ਬਣਾਵਟੀ ਹੋਵੇ, ਉਹਨੂੰ ਪਾਣੀ ਦੇਣਾ, ਖੇਤਾਂ ਨੂੰ ਪਾਣੀ ਦੇਣਾ, ਫਸਲਾਂ ਨੂੰ ਪਾਣੀ ਦੇਣਾ ਇਰੀਗੇਸ਼ਨ ਕਹਾਂਦਾਗਾ। ਠੀਕ ਹੈ ਜੀ, ਹੁਣ ਜਿਹੜੇ ਸਿੰਜਾਈ ਦੇ ਜੋ ਉਹ ਨੇ ਟਾਈਪਸ ਨੇ, ਉਹ ਦੋ ਟਾਈਪਸ ਨੇ, ਇੱਕ ਕੁਦਰਤ ਦੁਆਰਾ, ਇੱਕ ਬਣਾਵਟੀ ਸਾਧਨਾਂ ਦੁਆਰਾ। ਕੁਦਰਤ ਦੁਆਰਾ ਤਾਂ ਤੁਹਾਨੂੰ ਪਤਾ ਹੀ ਹੈ, ਵਰਖਾ ਦੁਆਰਾ ਸਿੰਜਾਈ ਹੋ ਜਾਂਦੀ ਹੈ। ਠੀਕ ਹੈ ਜੀ, ਪਹਿਲੇ ਜ਼ਮਾਨੇ ਦੇ ਵਿੱਚ ਐਂ ਹੁੰਦੀ ਸੀਗੀ, ਕਿਉਂਕਿ ਪਹਿਲਾਂ ਜਿਹੜੇ ਸੀਗੇ ਆਪਾਂ ਕੋਲ ਤਕਨੀਕ ਨਹੀਂ ਸੀਗੀ, ਆਪਾਂ ਕੋਲ ਸੂਝ-ਬੂਝ ਨਹੀਂ ਸੀਗੀ, ਇੰਨੀ ਜ਼ਿਆਦਾ ਉਹ ਨਹੀਂ ਕੀਤੀ ਸੀਗੀ, ਆਪਾਂ ਨੇ ਡਿਵੈਲਪਮੈਂਟ ਨਹੀਂ ਕੀਤੀ ਸੀ, ਇੰਨਾ ਸਰਚ ਨਹੀਂ ਹੋਇਆ ਸੀਗਾ, ਜਿਸ ਕਰਕੇ ਜਿਹੜਾ ਖੇਤੀਬਾੜੀ ਦੀ ਸਿੰਜਾਈ ਦੇ ਲਈ ਆਪਾਂ ਕਿਤੇ ਡਿਪੈਂਡ ਰਹਿੰਦੇ ਸੀਗੇ, ਵਰਖਾ ਉੱਤੇ ਡਿਪੈਂਡ ਰਹਿੰਦੇ ਸੀਗੇ। ਫਿਰ ਉਸ ਤੋਂ ਬਾਅਦ ਕੀ ਹੋਇਆ, ਜਿਹੜੇ ਤਕਨੀਕ ਦੇ ਵਿੱਚ ਵਿਕਾਸ ਹੋਇਆ, ਸਾਇੰਸ ਨੇ ਤਰੱਕੀ ਕੀਤੀ, ਖੋਜ ਕੀਤੀ, ਫਿਰ ਕੀ ਹੋ ਗਿਆ, ਆਪਾਂ ਨੇ ਜਿਹੜਾ ਸਿੰਜਾਈ ਦੇ ਸਾਧਨ ਲੱਭ ਲਏ। ਤੇ ਜਿਹੜੇ ਬਣਾਵਟੀ ਸਾਧਨ ਨੇ ਉਹ ਕਿਹੜੇ ਨੇ, ਖੂਹਾਂ, ਟਿਊਬਵੈਲਾਂ, ਤਲਾਬਾਂ, ਨਹਿਰਾਂ ਆਦਿ ਰਾਹੀਂ ਕੀ ਕੀਤੀ ਜਾਂਦੀ ਹੈ, ਸਿੰਜਾਈ ਕੀਤੀ ਜਾਂਦੀ ਹੈ। ਇਹ ਬਣਾਵਟੀ ਸਿੰਜਾਈ ਦੇ ਸਾਧਨ ਨੇ। ਠੀਕ ਹੈ ਜੀ, ਹੁਣ ਪਹਿਲਾਂ ਜਿਹੜੀ ਹੁੰਦੀ ਸੀਗੀ ਨਾ ਸਿੰਜਾਈ, ਉਹ ਹੁੰਦੀ ਸੀ ਵਰਖਾ ਦੇ ਰਾਹੀਂ। ਤਾਂ ਉਹਦੇ ਵਿੱਚ ਨਾ ਕਮੀਆਂ ਬਹੁਤ ਸਾਰੀਆਂ ਸੀਗੀਆਂ। ਕਮੀਆਂ ਜੋ ਹੈਗੀਆਂ ਸੀ ਉਹ ਜਿਵੇਂ ਕਿ ਵਰਖਾ ਦੀ ਅਨਿਸ਼ਚਿਤਤਾ, ਸੈਕਿੰਡ ਵਰਖਾ ਦਾ ਅਸਮਾਨ ਵੰਡ, ਵਰਖਾ ਦਾ ਸਮਾਂ। ਠੀਕ ਹੈ ਜੀ, ਸਭ ਤੋਂ ਪਹਿਲਾਂ ਕੀ ਸੀਗੀ ਉਹਦੀ ਨੁਕਸਾਨ, ਮਤਲਬ ਕੀ ਪਰੇਸ਼ਾਨੀ ਆਉਂਦੀ ਹੁੰਦੀ ਸੀ ਕਿ ਵਰਖਾ ਕੀ ਸੀਗੀ, ਅਨਿਸ਼ਚਿਤ ਸੀਗੀ। ਉਹਦੀ ਵੀ ਪਤਾ ਹੀ ਨਹੀਂ ਸੀਗਾ ਕਿ ਬਾਰਿਸ਼ ਹੋਊਗੀ ਕਿ ਨਹੀਂ ਹੋਊਗੀ। ਜਦੋਂ ਆਪਾਂ ਨੂੰ ਜ਼ਰੂਰਤ ਪੈਂਦੀ ਸੀਗੀ ਵੀ ਸਿੰਜਾਈ ਕਰਨੀ ਆ, ਆਪਾਂ ਨੇ ਖੇਤ ਨੂੰ ਪਾਣੀ ਦੇਣਾ ਆ, ਤਦ ਬਾਰਿਸ਼ ਹੁੰਦੀ ਨਹੀਂ ਸੀਗੀ। ਠੀਕ ਹੈ ਜੀ, ਚਲੋ ਪੜ੍ਹ ਲੈਂਦੇ ਇਹਦੇ ਵਿੱਚ ਕੀ ਆ। ਭਾਰਤ ਵਿੱਚ ਵਰਖਾ ਮਾਨਸੂਨੀ ਤੇ ਨਿਰਭਰ ਕਰਦੀ ਹੈ। ਜਿਹੜੀ ਵਰਖਾ ਆ ਉਹ ਕਿਹਦੇ ਤੇ ਡਿਪੈਂਡ ਕਰਦੀ ਆ, ਮਾਨਸੂਨ ਦੇ ਉੱਤੇ ਡਿਪੈਂਡ ਕਰਦੀ ਆ। ਠੀਕ ਹੈ ਜੀ, ਮਾਨਸੂਨ ਅਨਿਸ਼ਚਿਤ ਹੁੰਦਾ। ਹੁਣ ਮਾਨਸੂਨ ਕੀ ਆ, ਅਨਿਸ਼ਚਿਤ ਹੁੰਦਾਗਾ, ਇਹਦਾ ਪਤਾ ਨਹੀਂ ਹੁੰਦਾ ਕਦੋਂ ਆਉਣਾਗਾ। ਠੀਕ ਹੈ ਜੀ, ਅਨਿਸ਼ਚਿਤ, ਜਿਹਦਾ ਕੁਝ ਪਤਾ ਨਾ ਹੋਣਾ, ਅਨਫਿਕਸਡ। ਹਰੇਕ 4 ਜਾਂ 5 ਸਾਲਾਂ ਦੇ ਵਿੱਚ ਇੱਕ ਵਾਰ ਸੋਕਾ ਪੈ ਜਾਂਦਾ, ਵੀ 4-5 ਸਾਲਾਂ ਬਾਅਦ ਕਦੇ ਨਾ ਕਦੇ ਸੋਕਾ ਪਈ ਜਾਂਦਾ। ਸੋਕਾ ਦਾ ਮਤਲਬ ਕੀ ਹੁੰਦਾ, ਸੋਕਾ ਜਿੱਥੇ ਜਦੋਂ ਬਾਰਿਸ਼ ਨਾ ਪਵੇ ਨਾ ਲਗਾਤਾਰ, ਬਾਰਿਸ਼ ਜਿਸ ਇਲਾਕੇ ਦੇ ਵਿੱਚ ਨਹੀਂ ਪੈਂਦੀ ਤਾਂ ਉੱਥੇ ਕੀ ਹੋ ਜਾਂਦੇ ਆ, ਮਿੱਟੀ ਜਿਹੜੀ ਹੁੰਦੀ ਆ ਬੰਜਰ ਬਣ ਜਾਂਦੀ ਹੁੰਦੀ ਆ, ਸੋਕਾ ਹੋ ਜਾਂਦਾ। ਠੀਕ ਹੈ, ਉਸ ਨੂੰ ਆਪਾਂ ਸੋਕਾ ਕਹਿੰਦੇ ਹੁੰਦੇ ਆ। ਠੀਕ ਹੈ, ਫਿਰ ਉੱਥੇ ਕੀ ਹੁੰਦੇ ਨੇ, ਜ਼ਮੀਨ ਦੇ ਵਿੱਚ ਤਰੇੜਾਂ ਦਿਖਾਈ ਦਿੰਦੀਆਂ ਹੁੰਦੀਆਂ ਨੇ ਆਪਾਂ ਨੂੰ। ਠੀਕ ਹੈ ਜੀ, ਕਦੇ ਦੇਖਿਆ ਹੋਊਗਾ ਤੁਸੀਂ ਇਮੇਜ ਪਿਕਚਰ ਵਗੈਰਾ ਦੇ ਵਿੱਚ ਤਾਂ ਦੇਖਿਆ ਹੀ ਹੋਊਗਾ। ਕਈ ਵਾਰ ਬਹੁਤ ਅਧਿਕ ਵਰਖਾ ਹੋ ਜਾਂਦੀ ਹੈ, ਫਿਰ ਤੁਹਾਨੂੰ ਪਤਾ ਹੈ ਜੇ ਬਾਰਿਸ਼ ਨਹੀਂ ਹੋਊਗੀ ਤਾਂ ਸੋਕਾ ਹੋ ਜੂ, ਜਿੱਥੇ ਜ਼ਿਆਦਾ ਬਾਰਿਸ਼ ਹੋ ਜੂ ਉੱਥੇ ਫਿਰ ਕਿੱਚੜ ਹੋ ਜੂ, ਦਲਦਲ ਹੋ ਜੂਗਾ। ਠੀਕ ਹੈ ਜੀ, ਇਸ ਤੋਂ ਇਲਾਵਾ ਵਰਖਾ ਦਾ ਸਮਾਂ ਅਨਿਸ਼ਚਿਤ ਹੁੰਦਾਗਾ। ਕਈ ਵਾਰ ਤਾਂ ਵਰਖਾ ਬਹੁਤ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਸੀ, ਵੀ ਉਮੀਦ ਨਹੀਂ ਹੁੰਦੀ, ਔਰ ਆਪਾਂ ਨੇ ਹਲੇ ਫਸਲ ਦੀ ਮਤਲਬ ਕੋਈ ਉਹ ਨਹੀਂ ਹੁੰਦਾ, ਫਸਲ ਦੇ ਹਲੇ ਇਰੀਗੇਸ਼ਨ ਦੀ ਜ਼ਰੂਰਤ ਵੀ ਨਹੀਂ ਹੁੰਦੀ ਕਿ ਬਾਰਿਸ਼ ਹੋ ਜਾਂਦੀ ਆ ਉਸ ਸਮੇਂ। ਠੀਕ ਹੈ ਜੀ, ਅਤੇ ਕਈ ਵਾਰ ਤਾਂ ਬਹੁਤ ਦੇਰ ਨਾਲ ਬਾਰਿਸ਼ ਹੁੰਦੀ ਆ, ਤੇ ਜਦੋਂ ਚਾਹੀਦਾਗਾ ਉਦੋਂ ਹੁੰਦਾ ਨਹੀਂ, ਉਸ ਤੋਂ ਬਾਅਦ 'ਚ ਜਾਂ ਉਸ ਤੋਂ ਪਹਿਲਾਂ ਹੋ ਜਾਂਦਾ ਹੁੰਦਾ ਸੀਗਾ। ਕਦੇ ਹੀ ਹੁੰਦਾ ਸੀ, ਜਦੋਂ ਆਪਾਂ ਨੂੰ ਇਰੀਗੇਸ਼ਨ ਦੀ ਜ਼ਰੂਰਤ ਹੁੰਦੀ ਸੀ ਖੇਤ ਨੂੰ, ਤਦ ਹੀ ਹੁੰਦਾ ਸੀਗਾ, ਮਤਲਬ ਕਦੇ ਹੀ ਹੋ ਗਿਆ। ਠੀਕ ਹੈ ਜੀ, ਇਸ ਲਈ ਕਿਹਾ ਜਾ ਸਕਦਾ ਹੈ ਕਿ ਜਿਹੜੀ ਭਾਰਤੀ ਖੇਤੀ ਮਾਨਸੂਨ ਦਾ ਜੂਆ ਹੈ। ਠੀਕ ਹੈ ਜੀ, ਕਿ ਕਦੇ ਲੱਗ ਗਿਆ ਤਾਂ ਠੀਕ ਹੈ, ਨਹੀਂ ਲੱਗਿਆ ਤਾਂ ਚਲੋ ਜੀ। ਠੀਕ ਹੈ ਜੀ, ਉਹੀ ਹੁੰਦਾ ਨਾ ਜੂਆ ਦੇ ਵਿੱਚ ਆਪਾਂ ਕਰਦੇ ਹੁੰਦੇ ਹਾਂ ਕਿ ਚਲੋ ਜੇ ਕਿਸਮਤ ਲੱਗ ਗਈ ਤਾਂ ਚਲੋ ਜਿੱਤ ਗਏ, ਨਹੀਂ ਤਾਂ ਨਹੀਂ ਫਿਰ। ਠੀਕ ਹੈ ਜੀ, ਗੈਂਬਲ ਸੀਗਾ। ਵਰਖਾ ਦੀ ਅਸਮਾਨ ਵੰਡ। ਹੁਣ ਵਰਖਾ ਦੀ ਕੀ ਸੀਗੀ, ਹੁਣ ਜਿਹੜਾ ਭਾਰਤ ਹੈ ਇਹ ਕਈ ਸਾਰੇ ਸਟੇਟ ਦੇ ਵਿੱਚ ਵੰਡਿਆ ਹੋਇਆਗਾ, ਔਰ ਸਟੇਟ ਫਿਰ ਅੱਗੇ ਬਹੁਤ ਸਾਰੇ ਡਿਸਟ੍ਰਿਕਟ ਦੇ ਵਿੱਚ ਵੰਡਿਆ ਹੋਇਆਗਾ। ਠੀਕ ਹੈ ਜੀ, ਤਾਂ ਹੁਣ ਇਹ ਤਾਂ ਨਹੀਂ ਹੈਗਾ ਕਿ ਸਾਰੇ ਕਿਤੇ ਵਰਖਾ ਕੀ ਹੋਊਗੀ, ਇੱਕੋ ਜਿਹੀ ਹੋਊਗੀ। ਠੀਕ ਹੈ, ਤੇ ਇਹ ਕੀ ਸੀ, ਅਸਮਾਨ ਵੰਡ ਹੈ। ਕਿਵੇਂ, ਭਾਰਤ ਦੇ ਭਿੰਨ ਪ੍ਰਦੇਸ਼ਾਂ ਵਿੱਚ ਵਰਖਾ ਦੀ ਵੰਡ ਅਸਮਾਨ ਹੈ। ਇੱਕ ਪਾਸੇ ਤਾਂ ਅਧਿਕ ਵਰਸ਼ਾ ਹੁੰਦੀ ਹੈ ਤੇ ਦੂਸਰੇ ਪਾਸੇ ਘੱਟ ਹੁੰਦੀ ਹੈ। ਇਸ ਲਈ ਵਰਖਾ ਜਿੱਥੇ ਘੱਟ ਹੁੰਦੀ ਹੈ ਉੱਥੇ ਫਿਰ ਸਿੰਚਾਈ ਦੀ ਜਿਹੜੀ ਜ਼ਰੂਰਤ ਹੁੰਦੀ ਸੀਗੀ, ਉੱਥੇ ਕੀ ਹੈ, ਉਹਦੇ ਮਹੱਤਵ ਜਿਹੜਾ ਸੀਗਾ ਘੱਟ ਹੋ ਜਾਂਦਾਗਾ। ਠੀਕ ਹੈ ਜੀ, ਨੈਕਸਟ ਕੀ ਹੈ, ਵਰਖਾ ਦਾ ਸਮਾਂ। ਹੁਣ ਵਰਖਾ ਦਾ ਜਿਹੜਾ ਸਮਾਂ ਸੀਗਾ ਉਹ ਕਿਹੋ ਜਿਹਾ। ਹੁਣ ਵਰਖਾ ਦਾ ਜਿਹੜਾ ਸਮਾਂ ਆ, ਭਾਰਤ ਵਿੱਚ ਮਾਨਸੂਨ ਤੋਂ ਹੋਣ ਵਾਲੀ ਵਰਖਾ ਵੀ ਸਾਲ ਦੇ ਬਹੁਤ ਘੱਟ ਸਮੇਂ ਲਈ ਹੀ ਸੀਮਿਤ ਰਹਿੰਦੀ ਸੀ। ਹੁਣ ਜਿਹੜੀ ਸਾਲ ਦੀ ਜਿਹੜੀ ਵਰਖਾ ਸੀ ਉਹ ਸੀਮਿਤ ਹੁੰਦੀ ਸੀਗੀ, ਮਤਲਬ ਕਿ
ਲਿਮਿਟ ਦੇ ਵਿੱਚ ਹੁੰਦੀ ਸੀਗੀ। ਜ਼ਿਆਦਾਤਰ ਵਰਖਾ ਜੁਲਾਈ ਤੋਂ ਸਤੰਬਰ ਤੱਕ ਹੀ ਹੁੰਦੀ ਸੀਗੀ, ਜੁਲਾਈ ਤੋਂ ਸਤੰਬਰ ਤੱਕ ਹੋਊਗੀ। ਸਰਦੀਆਂ ਦੇ ਵਿੱਚ ਵਰਖਾ ਜਿਹੜੀ ਪੰਜਾਬ, ਹਰਿਆਣਾ, ਤਾਮਿਲਨਾਡੂ ਤੋਂ ਬਿਨਾਂ ਹੋਰ ਕਿਤੇ ਨਹੀਂ ਹੁੰਦੀ ਸੀਗੀ। ਜੇ ਸਰਦੀ ਦੇ ਵਿੱਚ ਬਾਰਿਸ਼ ਕਹੀਏ ਤਾਂ ਕਦੋਂ ਕਿਤੇ ਹੁੰਦੀ ਸੀ? ਪੰਜਾਬ, ਹਰਿਆਣਾ, ਤਾਮਿਲਨਾਡੂ ਦੇ ਵਿੱਚ। ਇਸ ਤੋਂ ਇਲਾਵਾ ਕਿਤੇ ਪੈਂਦੀ ਨਹੀਂ ਸੀ, ਜੇ ਪੈਂਦੀ ਵੀ ਸੀ ਤਾਂ ਬਹੁਤ ਥੋੜੀ ਪੈਂਦੀ ਹੋਊਗੀ, ਠੀਕ ਹੈ ਜੀ। ਇਸ ਲਈ ਜੋ ਫਸਲਾਂ ਇਹਨਾਂ ਖੇਤਰਾਂ ਤੋਂ ਇਲਾਵਾ ਹੋਰ ਕਿਸੇ ਖੇਤਰ ਦੇ ਵਿੱਚ ਬੀਜੇ ਜਾਂਦੇ ਸੀਗੇ ਤਾਂ ਉਹਨਾਂ ਦੇ ਇਰੀਗੇਸ਼ਨ ਦੇ ਵਿੱਚ ਕੀ ਹੁੰਦੀ ਸੀਗੀ? ਰੁਕਾਵਟ ਪੈਦਾ ਹੁੰਦੀ ਸੀਗੀ। ਤੇ ਇਹੀ ਸੀਗੇ ਕਾਰਨ ਜਿਹਦੇ ਕਰਕੇ ਆਪਾਂ ਨੂੰ ਲੱਭਣਾ ਪਿਆ ਸੀਗਾ ਬਣਾਵਟੀ ਇਰੀਗੇਸ਼ਨ ਦੇ ਮੈਥਡ ਨੂੰ, ਠੀਕ ਹੈ ਜੀ। ਕਿਉਂਕਿ ਵਰਖਾ ਕੀ ਹੈ, ਫਿਰ ਉਹ ਤਾਂ ਨੈਚੁਰਲੀ ਕਦੇ ਆ ਗਈ, ਕਦੇ ਨਹੀਂ ਆਈ, ਕਦੇ ਜ਼ਿਆਦਾ ਆ ਗਈ। ਤਾਂ ਇਹ ਆ ਸਕਦੇ ਨੇ ਕਿ ਜਿਹੜੇ ਕੁਦਰਤੀ ਸਿੰਜਾਈ ਦੇ ਸਾਧਨ ਸੀਗੇ ਉਹਦੇ ਮਤਲਬ ਕੀ ਕਮੀ ਉਹ ਸੀਗੀਆਂ, ਵਿਸ਼ੇਸ਼ਤਾਵਾਂ ਕੀ ਸੀਗੀਆਂ। ਤਾਂ ਵਿਸ਼ੇਸ਼ਤਾਵਾਂ ਉਹਦੀ ਇਹ ਸੀਗੀਆਂ, ਠੀਕ ਹੈ ਜੀ। ਵਿਸ਼ੇਸ਼ਤਾ ਵੀ ਆ ਸਕਦੀ ਹੈ ਜਾਂ ਫਿਰ ਕਮੀਆਂ ਆ ਸਕਦੀਆਂ ਨੇ ਕਿ ਕੁਦਰਤੀ ਸਿੰਜਾਈ ਦੀਆਂ ਨੁਕਸਾਨ ਉਹ ਕੀ ਹੁੰਦੇ ਸੀਗੇ, ਕਮੀਆਂ ਕੀ ਸੀਗੀਆਂ ਜਿਹਦੇ ਕਰਕੇ ਆਪਾਂ ਨੂੰ ਬਣਾਵਟੀ ਸਿੰਜਾਈ ਦੇ ਸਾਧਨ ਲੱਭਣੇ ਪਏ ਸੀਗੇ। ਹੁਣ ਆ ਗਿਆ ਭਾਰਤ ਵਿੱਚ ਸਿੰਜਾਈ ਦੀਆਂ ਯੋਜਨਾਵਾਂ ਮੁੱਖ ਰੂਪ ਵਿੱਚ 2 ਪ੍ਰਕਾਰ ਦੀਆਂ ਨੇ। ਯੋਜਨਾਵਾਂ ਕਿਹੜੀਆਂ ਨੇ? 2 ਪ੍ਰਕਾਰ ਦੀਆਂ ਨੇ। ਕਿਹੜੇ? ਸਿੰਜਾਈ ਦੀਆਂ ਵੱਡੀਆਂ ਜਾਂ ਬਹੁਮੁਖੀ ਯੋਜਨਾਵਾਂ, ਸਿੰਜਾਈ ਦੀਆਂ ਛੋਟੀਆਂ ਯੋਜਨਾਵਾਂ। ਯੋਜਨਾਵਾਂ ਜਿਹੜੀਆਂ ਬਣਾਈਆਂ ਸੀ ਸਿੰਜਾਈ ਦੇ ਲਈ ਉਹ 2 ਨੇ, ਇੱਕ ਬੜੀਆਂ ਯੋਜਨਾਵਾਂ, ਇੱਕ ਛੋਟੀਆਂ ਯੋਜਨਾਵਾਂ। ਬੜੀਆਂ ਯੋਜਨਾਵਾਂ 'ਚ ਪੜ੍ਹਦੇ ਆ ਕੀ ਆ? ਬਹੁਮੁਖੀ ਯੋਜਨਾਵਾਂ ਉਹ ਯੋਜਨਾਵਾਂ ਹਨ ਜਿਨ੍ਹਾਂ ਦੀ ਸਥਾਪਨਾ ਸਿੰਜਾਈ, ਹੜ੍ਹਾਂ ਤੇ ਕੰਟਰੋਲ, ਬਿਜਲੀ ਉਤਪਾਦਨ ਆਦਿ ਕਈ ਉਦੇਸ਼ਾਂ ਲਈ ਕੀਤੀ ਹੈ। ਜਿਹੜੀ ਇਹ ਯੋਜਨਾ ਸੀ ਇਹਦਾ ਮੇਨ ਮੋਟਿਵ ਸੀਗਾ ਕਿ ਸਿੰਜਾਈ ਜਿਹੜੀ ਕਰਨੀ ਹੈ ਉਹਦੇ ਨਾਲ ਕੀ ਕੀਤਾ ਜਾ ਸਕੇ, ਹੜ੍ਹਾਂ ਨੂੰ ਕੰਟਰੋਲ ਕੀਤਾ ਜਾਵੇ। ਹੜ੍ਹ ਕਦੋਂ ਆਉਂਦੀ ਹੈ? ਜਦੋਂ ਬਹੁਤ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ ਨਾ, ਤਾਂ ਉਹ ਬਾਰਿਸ਼ ਦੇ ਕਾਰਨ ਕੀ ਹੁੰਦਾਗਾ, ਪਾਣੀ ਬਹੁਤ ਜ਼ਿਆਦਾ ਭਰ ਜਾਂਦਾ ਹੁੰਦਾਗਾ ਤੇ ਉਹਦੇ ਨਾਲ ਕੀ ਹੋ ਜਾਂਦਾਗਾ, ਬਿਲਡਿੰਗਾਂ ਢਹਿ ਜਾਂਦੀਆਂ ਨੇ, ਰੁੱਖ ਉਖੜ ਜਾਂਦੇ ਨੇ, ਠੀਕ ਹੈ ਜੀ। ਕਿਉਂਕਿ ਤੁਹਾਨੂੰ ਹੜ੍ਹ ਤਾਂ ਪਤਾ ਹੀ ਹੋਊਗਾ, ਕਿਉਂਕਿ ਮੋਸਟਲੀ ਨਿਊਜ਼ ਦੇ ਵਿੱਚ ਆਪਾਂ ਸੁਣਦੇ ਹਾਂ ਹੜ੍ਹਾਂ ਦੀ ਉਹ ਨਿਊਜ਼ ਵਗੈਰਾ, ਠੀਕ ਹੈ ਜੀ। ਤੇ ਬਿਜਲੀ ਉਤਪਾਦਨ ਮਤਲਬ ਤੁਹਾਨੂੰ ਮੈਂ ਦੱਸਿਆ ਸੀਗਾ ਡੈਮ ਹੁੰਦੇ ਨੇ, ਉਹ ਡੈਮ ਦੇ ਨਾਲ ਕੀ ਕੀਤੇ ਜਾਂਦੇ ਨੇ, ਬਿਜਲੀ ਨੂੰ ਉਹ ਬਣਾਇਆ ਜਾਂਦਾ ਹੈਗਾ, ਠੀਕ ਹੈ ਜੀ। ਤਾਂ ਬਿਜਲੀ ਨੂੰ ਪੈਦਾ ਕਰਨ ਦੇ ਲਈ ਆਦਿ ਕਈ ਉਦੇਸ਼ ਦੇ ਲਈ ਇਹ ਮੈਥਡ ਅਪਣਾਇਆ ਗਿਆ ਸੀਗਾ। ਇਹਦਾ ਸਿੰਜਾਈ ਕਰਨ ਦੇ ਨਾਲ ਹੋਰ ਕੀ ਮਹੱਤਵ ਸੀਗਾ ਕਿ ਹੜ੍ਹਾਂ ਨੂੰ ਕੰਟਰੋਲ ਕੀਤਾ ਜਾ ਸਕੇ, ਬਿਜਲੀ ਨੂੰ ਉਤਪਾਦਿਤ ਕੀਤਾ ਜਾ ਸਕੇ ਤੇ ਹੋਰ ਕਈ ਵੀ ਉਦੇਸ਼ ਸੀ। ਇਹਨਾਂ ਯੋਜਨਾ ਵਿੱਚ ਨਦੀ ਉੱਤੇ ਬੰਨ ਬਣਾਇਆ ਜਾਂਦਾ ਹੈ। ਫਿਰ ਇਹਨਾਂ ਦੇ ਨਾਲ ਕੀ ਕੀਤਾ ਜਾਂਦਾ? ਨਦੀ ਤੇ ਬੰਨ ਬਣਾਇਆ ਜਾਂਦਾ। ਬੰਨ ਤਾਂ ਤੁਹਾਨੂੰ ਪਤਾ ਹੀ ਹੋਊਗਾ, ਠੀਕ ਹੈ ਜੀ, ਜਿੱਥੇ ਪਾਣੀ ਨੂੰ ਸਟੋਰ ਕੀਤਾ ਜਾਂਦਾ, ਠੀਕ ਹੈ ਜੀ। ਅਤੇ ਵਰਖਾ ਦੇ ਮੌਸਮ ਵਿੱਚ ਨਦੀਆਂ ਵਿੱਚ ਹੜ੍ਹ ਆ ਜਾਂਦਾ ਹੈ। ਹੁਣ ਕੀ ਹੁੰਦਾਗਾ, ਵਰਖਾ ਦੇ ਸਮੇਂ ਦੇ ਵਿੱਚ ਕੀ ਹੁੰਦਾਗਾ, ਨਦੀਆਂ ਦੇ ਵਿੱਚ ਕੀ ਹੋ ਜਾਂਦਾਗਾ, ਹੜ੍ਹ ਆ ਜਾਂਦਾ। ਕਿਉਂਕਿ ਨਦੀਆਂ ਵਿੱਚ ਪਹਿਲਾਂ ਪਾਣੀ ਹੁੰਦਾਗਾ, ਫਿਰ ਬਾਰਿਸ਼ ਆਉਣ ਦੇ ਨਾਲ ਕੀ ਹੋ ਜਾਂਦਾ, ਹੋਰ ਵੀ ਜ਼ਿਆਦਾ ਪਾਣੀ ਦਾ ਲੈਵਲ ਵੱਧ ਜਾਂਦਾ ਹੁੰਦਾਗਾ, ਤਾਂ ਹੜ੍ਹ ਆ ਜਾਂਦਾਗਾ। ਫਿਰ ਪਾਣੀ ਕੀ ਕਰਦਾਗਾ, ਇਕੱਠਾ ਹੋ ਜਾਂਦਾ। ਇਸ ਪ੍ਰਕਾਰ ਇਕੱਠੇ ਕੀਤੇ ਗਏ ਪਾਣੀ ਦੇ ਸੋਮਿਆਂ ਤੋਂ ਕਈ ਉਦੇਸ਼ ਪੂਰੇ। ਤੇ ਹੁਣ ਸਾਇੰਸ ਨੇ ਖੋਜ ਕੀਤੀ ਕਿ ਆਪਾਂ ਇਹਦੇ ਤੋਂ ਕੀ ਕਰ ਸਕਦੇ ਹਾਂ, ਜਿਹੜੇ ਨਦੀਆਂ ਵਿੱਚ ਪਾਣੀ ਭਰ ਚੁੱਕੇ ਨੇ ਇਹਨਾਂ ਦਾ ਆਪਾਂ ਯੂਜ਼ ਵੀ ਕਰ ਸਕਦੇ, ਯੂਟੀਲਾਈਜ਼ ਕਰ ਸਕਦੇ ਹਾਂ ਆਪਾਂ ਇਹਨਾਂ ਦਾ। ਕਿਵੇਂ? ਇਸ ਸਰੋਤ ਵਿੱਚ ਇਕੱਠਾ ਕੀਤਾ ਗਿਆ ਪਾਣੀ ਸਾਰਾ ਸਾਲ ਨਹਿਰਾਂ ਤੇ ਨਾਲੀਆਂ ਦੁਆਰਾ ਸਿੰਜਾਈ ਲਈ ਖੇਤਾਂ ਵਿੱਚ ਲੈ ਜਾ ਸਕਦੇ। ਵੀ ਆਪਾਂ ਬਾਰਿਸ਼ ਹੁੰਦੀ ਹੈ ਨਾ ਤਾਂ ਉਹਨੂੰ ਸਟੋਰ ਕਰਕੇ ਰੱਖ ਲਓ ਪਾਣੀ ਨੂੰ, ਠੀਕ ਹੈ, ਤੇ ਉਹ ਜਦੋਂ ਤੁਹਾਨੂੰ ਸਿੰਜਾਈ ਦੀ ਜ਼ਰੂਰਤ ਹੈ ਤੁਸੀਂ ਉਹਦਾ ਯੂਜ਼ ਕਰ ਲਓ। ਇਸ ਪ੍ਰਕਾਰ ਸਾਲ ਭਰ ਸਿੰਚਾਈ ਤੁਸੀਂ ਕਰ ਸਕਦੇ ਹੋ। ਦੂਸਰਾ ਕੀ ਸੀਗਾ ਇਹਦਾ ਹੋਰ ਉਦੇਸ਼? ਬੰਨ ਦੇ ਪਾਣੀ ਨੂੰ ਉਚਾਈ ਤੋਂ ਸੁੱਟ ਕੇ ਬਿਜਲੀ ਦਾ ਉਤਪਾਦਨ ਕੀਤਾ ਜਾ ਸਕਦਾ। ਮੈਂ ਤੁਹਾਨੂੰ ਦੱਸਿਆ ਸੀਗਾ ਕਿਵੇਂ ਬਿਜਲੀ ਬਣਾਈ ਜਾਂਦੀ ਹੈ। ਉਚਾਈ ਤੋਂ ਪਾਣੀ ਨੂੰ ਬਿਲਕੁਲ ਹੀ ਤੇਜ਼ੀ ਦੇ ਨਾਲ ਡੇਗਿਆ ਜਾਂਦਾ ਤੇ ਉਹਦੇ ਵਿੱਚ ਇੱਕ ਊਰਜਾ ਪੈਦਾ ਹੋ ਜਾਂਦੀ ਹੈ, ਉਸ ਦੇ ਨਾਲ ਬਿਜਲੀ ਜਨਰੇਟ ਹੁੰਦੀ ਹੈ, ਠੀਕ ਹੈ ਜੀ। ਬਿਜਲੀ ਦਾ ਪ੍ਰਯੋਗ ਸਿਰਫ ਉਦਯੋਗਾਂ, ਰੇਲਾਂ, ਵਪਾਰ ਅਤੇ ਘਰਾਂ ਵਿੱਚ ਹੀ ਨਹੀਂ ਕੀਤਾ ਜਾਂਦਾ, ਬਲਕਿ ਉਸ ਦਾ ਪ੍ਰਯੋਗ ਪਿੰਡਾਂ ਵਿੱਚ ਪੰਪ ਸੈੱਟ ਅਤੇ ਟਿਊਬਵੈਲਾਂ ਚਲਾਉਣ ਲਈ ਕੀਤਾ। ਹੁਣ ਤਾਂ ਤੁਹਾਨੂੰ ਪਤਾ ਹੀ ਹੈ ਬਿਜਲੀ ਦਾ ਉਦੇਸ਼ ਸਿਰਫ ਇੰਡਸਟਰੀ ਨੂੰ ਚਲਾਉਣਾ ਜਾਂ ਰੇਲਾਂ, ਵਪਾਰ ਆਦਿ ਕਰਨਾ ਹੀ ਨਹੀਂ ਹੈਗਾ। ਇਹਦੇ ਤੋਂ ਇਲਾਵਾ ਜਿਹੜੇ ਵੀ ਛੋਟੇ-ਮੋਟੇ ਪਿੰਡਾਂ ਦੇ ਵਿੱਚ ਪੰਪ ਸੈੱਟ, ਟਿਊਬਵੈਲਸ ਵਗੈਰਾ ਹੈਗੀਆਂ ਨੇ, ਮੋਟਰ ਵਗੈਰਾ ਹੈਗੇ ਨੇ, ਉਹਨਾਂ ਨੂੰ ਚਲਾਉਣ ਦੇ ਲਈ ਕੀਤਾ ਜਾਂਦਾ। ਬਿਜਲੀ ਦੇ ਤਾਂ ਹੋਰ ਵੀ ਕਈ ਹੈਗੇ ਨੇ ਯੂਜ਼, ਤੁਹਾਨੂੰ ਪਤਾ ਹੀ ਹੈ, ਠੀਕ ਹੈ, ਕਿਉਂਕਿ ਅੱਜ ਤਾਂ ਆਪਾਂ ਪੂਰੀ ਤਰ੍ਹਾਂ ਡਿਪੈਂਡ ਆ ਇਲੈਕਟ੍ਰਿਸਿਟੀ ਦੇ ਉੱਤੇ, ਠੀਕ ਹੈ ਜੀ। ਨਦੀਆਂ ਉੱਤੇ ਚੈੱਕ ਬੰਨ ਲਗਾ ਕੇ ਹੜ੍ਹਾਂ ਨੂੰ ਰੋਕਿਆ। ਹੁਣ ਕੀ ਕਹਿੰਦਾ, ਨਦੀਆਂ ਉੱਤੇ ਪਾਣੀ ਭਰ ਜਾਂਦਾ ਜਦੋਂ ਬਾਰਿਸ਼ ਹੁੰਦੀ ਆ, ਤੇ ਜਦੋਂ ਆਪਾਂ ਉੱਥੇ ਬੰਨ ਬਣਾ ਦਈਏ ਤਾਂ ਕੀ ਹੋ ਸਕਦਾਗਾ, ਆਪਾਂ ਹੜ੍ਹਾਂ ਤੋਂ ਬਚ ਸਕਦੇ ਹਾਂ। ਭਾਰਤ ਵਿੱਚ ਭਾਖੜਾ ਨੰਗਲ, ਦਾਮੋਦਰ ਘਾਟੀ ਯੋਜਨਾ ਬਹੁਮੁਖੀ ਯੋਜਨਾਵਾਂ ਦੀਆਂ। ਹੁਣ ਜਿਹੜਾ ਬਿਜਲੀ ਪੈਦਾ ਜਿਹੜੀ ਕੀਤੀ ਜਾਂਦੀ ਹੈ ਸਭ ਤੋਂ ਜ਼ਿਆਦਾ ਉਹ ਕੀ ਆ, ਭਾਖੜਾ ਨੰਗਲ ਡੈਮ। ਇਹ ਡੈਮ ਆ ਜਿਹੜਾ ਕਿ ਪੰਜਾਬ ਦੇ ਵਿੱਚ ਆ, ਠੀਕ ਹੈ ਜੀ। ਇੱਥੇ ਬਿਜਲੀ ਪੈਦਾ ਕੀਤੀ ਜਾਂਦੀ ਹੈ। ਤੇ ਹੋਰ ਕੀ ਹੈ, ਦਾਮੋਦਰ ਘਾਟੀ। ਇਹ ਜਿਹੜੀਆਂ ਯੋਜਨਾਵਾਂ ਨੇ ਸਿੰਚਾਈ ਦੀਆਂ, ਇਹ ਜਿਹੜੀਆਂ ਬਹੁਮੁਖੀ ਸਿੰਚਾਈ ਦੀਆਂ ਯੋਜਨਾਵਾਂ ਦੀਆਂ ਉਦਾਹਰਨ ਨੇ। ਕੋਈ ਪੁੱਛ ਲਵੇ ਕਿ ਬਹੁਮੁਖੀ ਸਿੰਚਾਈ ਦੀਆਂ ਯੋਜਨਾਵਾਂ ਦੀਆਂ ਉਦਾਹਰਨਾਂ ਦਿਓ ਤਾਂ ਤੁਸੀਂ ਲਿਖ ਸਕਦੇ ਹੋ ਭਾਖੜਾ ਨੰਗਲ ਡੈਮ,
ਭਾਖੜਾ ਨੰਗਲ, ਠੀਕ ਹੈ ਜੀ, दामोदर घाटी आदि की ने बहुमुखी ਸਿੰਜਾਈ ਦੀਆਂ ਯੋਜਨਾਵਾਂ ਨੇ, क्योंकि इत्थे ही की जाती है कि पानी ਨੂੰ स्टोर करके फिर बिजली पैदा कर लो ਉਹਦਾ, ਜਾਂ ਫਿਰ ਕੀ ਕਰੋ ਹੜ੍ਹਾਂ ਤੇ ਕੰਟਰੋਲ ਕਰ ਲਓ ਤੇ ਸਿੰਜਾਈ ਵੀ ਕਰ ਲਓ। ਠੀਕ ਹੈ ਜੀ, ਅੱਗੇ ਕੀ ਹੈ ਸਿੰਜਾਈ ਦੀਆਂ ਛੋਟੀਆਂ ਯੋਜਨਾਵਾਂ ਵਿੱਚ ਕੀ ਹੈ, ਛੋਟੀਆਂ ਸਿੰਜਾਈ ਯੋਜਨਾ ਵਿੱਚ ਮੁੱਖ ਰੂਪ ਨਾਲ ਟਿਊਬਵੈਲਾਂ, ਖੂਹਾਂ, ਬਿਜਲੀ ਆਦਿ ਨਾਲ ਚੱਲਣ ਵਾਲੇ ਪੰਪ ਸੈਟਾਂ, ਤਲਾਬਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਛੋਟੀਆਂ, ਹੁਣ ਇਹ ਛੋਟੀਆਂ ਦਾ ਨਾਮ ਤੋਂ ਹੀ ਇਹਦੇ ਵਿੱਚ ਛੋਟੇ ਛੋਟੇ ਕੰਮ ਲਏ ਗਏ ਹੋਣਗੇ ਤੇ ਇਹਨਾਂ ਯੋਜਨਾਵਾਂ ਦੇ ਵਿੱਚ ਕੀ ਕੀਤਾ ਗਿਆ ਸੀਗਾ, ਜਿਹੜੇ ਟਿਊਬਵੈਲਸ ਹੁੰਦੀਆਂ ਨੇ, ਖੂਹ ਹੁੰਦੇ ਨੇ, ਬਿਜਲੀ ਨਾਲ ਚੱਲਣ ਵਾਲੇ ਜਿਹੜੇ ਪੰਪ ਸੈਟ ਹੁੰਦੇ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਇਹਦੇ ਵਿੱਚ। ਠੀਕ ਹੈ ਜੀ, ਪਾਣੀ ਦੀ ਘਾਟ ਵਾਲੇ ਖੇਤਰ ਲਈ ਸਿੰਜਾਈ ਦੀਆਂ ਇਹਨਾਂ ਯੋਜਨਾਵਾਂ ਦੇ ਹੁਣ ਜਿਨ੍ਹਾਂ ਖੇਤਰਾਂ ਦੇ ਵਿੱਚ ਨਾ ਪਾਣੀ ਦੀ ਦਿੱਕਤ ਆਉਂਦੀ ਹੈ ਤਾਂ ਉਹ ਵਾਲੇ ਦੇਸ਼ਾਂ ਦੇ ਲਈ ਇਹ ਛੋਟੀਆਂ ਯੋਜਨਾਵਾਂ ਕੀ ਹੋਈਆਂ, ਬਹੁਤ ਜ਼ਿਆਦਾ ਹੈਲਪਫੁਲ ਹੋਈਆਂ। ਠੀਕ ਹੈ ਜੀ, ਅੱਗੇ ਨੈਕਸਟ ਕੀ ਹੈ, ਬੈਂਕਿੰਗ ਅਤੇ ਅਦਰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ। ਠੀਕ ਹੈ ਜੀ, ਬੈਂਕਿੰਗ ਅਤੇ ਹੋਰ ਵਿੱਤੀਆਂ ਸੰਸਥਾਵਾਂ। ਬੈਂਕਿੰਗ ਆਪਾਂ ਨੇ ਪੜ੍ਹਿਆ ਨਾ ਕਿ ਜੋ ਇਨਫਰਾਸਟਰਕਚਰਸ ਨੇ ਉਹਦੇ ਵਿੱਚ ਕਿਹੜੇ ਕਿਹੜੇ ਹੈਗੇ ਸੀਗੇ ਸਾਧਨ, ਪਹਿਲਾਂ ਤਾਂ ਆਪਾਂ ਨੇ ਟਰਾਂਸਪੋਰਟ ਵਗੈਰਾ ਪੜ੍ਹ ਲਏ ਸੀਗੇ। ਠੀਕ ਹੈ, ਹੁਣ ਆਪਾਂ ਪੜ੍ਹ ਰਹੇ ਹਾਂ ਬੈਂਕਿੰਗ ਅਤੇ ਦੂਜੀਆਂ ਵਿੱਤੀ ਸੰਸਥਾਵਾਂ ਤੇ ਕਮਿਊਨੀਕੇਸ਼ਨ ਵੀ ਪੜ੍ਹ ਲਿਆ ਸੀ। ਠੀਕ ਹੈ ਜੀ, ਹੁਣ ਭਾਰਤੀ ਅਰਥਵਿਵਸਥਾ ਦੀ ਮੌਦਰਿਕ ਆਰਥਿਕ ਸੰਰਚਨਾ ਤੋਂ ਭਾਵ ਹੈ, ਮੌਦਰਿਕ ਆਰਥਿਕ ਸੰਰਚਨਾ, ਮੌਦਰਿਕ ਮਤਲਬ ਮੁਦਰਾ ਨਾਲ ਰਿਲੇਟਡ, ਠੀਕ ਹੈ ਜੀ, ਪੈਸਿਆਂ ਨਾਲ ਰਿਲੇਟਡ। ਮੌਦਰਿਕ ਆਰਥਿਕ ਸੰਰਚਨਾ ਤੋਂ ਹੈ ਬੈਂਕਿੰਗ ਪ੍ਰਣਾਲੀ, ਗੈਰ ਬੈਂਕਿੰਗ ਵਿੱਤੀ ਸੰਸਥਾਵਾਂ, ਪੂੰਜੀ ਬਾਜ਼ਾਰ ਅਤੇ ਇਹਨਾਂ ਸਾਰਿਆਂ ਨੂੰ ਨਿਯੰਤਰਣ ਕਰਨ ਵਾਲੇ ਭਾਰਤੀ ਰਿਜ਼ਰਵ ਬੈਂਕ। ਇਹਨਾਂ ਮੌਦਰਿਕ ਸੰਸਥਾਵਾਂ ਦੀ ਵਿਆਖਿਆ ਹੇਠ ਲਿਖੀ ਹੈ। ਹੁਣ ਭਾਰਤੀ ਅਰਥਵਿਵਸਥਾ ਦੀ ਜਿਹੜੀਆਂ ਮੌਦਰਿਕ ਆਰਥਿਕ ਸੰਰਚਨਾਵਾਂ ਦਾ ਮਤਲਬ ਹੈ ਕਿ ਜਿਹੜੀਆਂ ਕਿ ਬੈਂਕਿੰਗ ਪ੍ਰਣਾਲੀਆਂ ਨੇ ਜਾਂ ਗੈਰ ਬੈਂਕਿੰਗ ਪ੍ਰਣਾਲੀ, ਯਾਨੀ ਕਿ ਬੈਂਕ ਨਹੀਂ ਹੈਗੀਆਂ ਬਟ ਉਹ ਬੈਂਕ ਦੀ ਤਰ੍ਹਾਂ ਕੰਮ ਕਰਦੀਆਂ ਨੇ, ਲਾਈਕ ਦੈਟ LIC बीमा। ठीक है जी, एक की ने बैंक नहीं है पर फिर भी की करते हेल्थ इंश्योरेंस, एक की ने बैंक नहीं है पर बैंक की तरह काम कर दिए ने। ठीक है जी, क्योंकि पैसे का लेन देन कर दिए ने ये। ठीक है जी, पूंजी बाजार। ठीक है जी, ਅਤੇ ਇਹਨਾਂ ਸਾਰਿਆਂ ਦਾ ਨਿਯੰਤਰਣ ਕਰਨ ਵਾਲਾ ਕੌਣ ਹੈ? ਰਿਜ਼ਰਵ ਬੈਂਕ, ਭਾਰਤੀ ਰਿਜ਼ਰਵ ਬੈਂਕ, ਪਤਾ ਹੈ ਨਾ, RBI। ਠੀਕ ਹੈ ਜੀ, ਇਹਦੀ ਸਥਾਪਨਾ ਕਦੋਂ ਹੋਈ ਸੀ RBI ਦੀ? 1956 ਦੇ ਵਿੱਚ। ਠੀਕ ਹੈ ਜੀ, ਇਹ ਕੀ ਕਰਦੇ ਨੇ, ਇਹਨਾਂ ਦੀ ਵਿਆਖਿਆ ਅੱਗੇ ਦੱਸੀ ਹੋਈ ਹੈ ਕਿ ਇਹ ਕੀ ਨੇ, ਬੈਂਕਿੰਗ ਅਤੇ ਵਿੱਤੀय ਸੰਸਥਾਵਾਂ ਕਿਵੇਂ ਨੇ। ਠੀਕ ਹੈ ਜੀ, ਸਭ ਤੋਂ ਪਹਿਲਾਂ ਆ ਗਿਆ ਸਾਹੂਕਾਰ। ਹੁਣ ਪਤਾ ਹੋਊਗਾ ਕਿ ਪਹਿਲਾਂ ਜਿਹੜੇ ਸੀਗੇ ਸਾਹੂਕਾਰ ਤੋਂ ਕਿਸਾਨ ਪੈਸੇ ਲੈਂਦੇ ਹੁੰਦੇ ਸੀਗੇ, ਕਿਉਂਕਿ ਪਹਿਲਾਂ ਬੈਂਕਸ ਨਹੀਂ ਹੁੰਦੇ ਸੀਗੇ ਹੈ ਨਾ, ਤਾਂ ਸਾਹੂਕਾਰ ਤੋਂ ਪੈਸੇ ਲੈਂਦੇ ਸੀ ਤਾਂ ਸਾਹੂਕਾਰ ਕੀ ਕਰ ਦਿੰਦੇ ਸੀ, ਜ਼ਿਆਦਾ ਰੇਟ ਲੈਂਦੇ ਸੀਗੇ ਇੰਟਰਸਟ ਦਾ। ਠੀਕ ਹੈ, ਤਾਂ ਜਿਹਦੇ ਕਾਰਨ ਕੀ ਹੁੰਦਾ ਸੀਗਾ, ਕਿਸਾਨਾਂ ਨੂੰ ਨਾ ਲੋਨ ਲੈਣਾ ਜਾਂ ਫਿਰ ਕਰਜ਼ਾ ਲੈਣਾ ਮਹਿੰਗਾ ਪੈ ਜਾਂਦਾ ਸੀਗਾ। ਤਾਂ ਇੱਥੇ ਕੀ ਲਿਖਿਆ ਹੋਇਆ, ਮਨੀ ਲੈਂਡਰ ਇਹਨੂੰ ਕਹਿੰਦੇ ਨੇ, ਸਾਹੂਕਾਰ ਨੂੰ ਮਨੀ ਲੈਂਡਰ। ਠੀਕ ਹੈ ਜੀ, ਭਾਰਤ ਵਿੱਚ ਪੁਰਾਣੇ ਸਮੇਂ ਤੋਂ ਹੀ ਦੇਸੀ ਬੈਂਕਰ ਜਾਂ ਸਾਹੂਕਾਰ ਰੁਪਇਆ ਉਧਾਰ ਦੇਣ ਜਾਂ ਜਮ੍ਹਾਂ ਕਰਨ ਦਾ ਕੰਮ ਕਰਦੇ ਸੀਗੇ। ਪਹਿਲਾਂ ਮਤਲਬ ਜਦੋਂ ਬੈਂਕ ਨਹੀਂ ਹੁੰਦੇ ਸੀ ਤਾਂ ਕੀ ਕਰਦੇ ਸੀ, ਸਾਹੂਕਾਰ ਹੀ ਲੈਣ ਦੇਣ ਪੈਸੇ ਦਾ ਕਰ ਦਿੰਦੇ ਸੀ, ਕਰਜ਼ਾ ਵਗੈਰਾ ਦਿੰਦੇ ਹੁੰਦੇ ਸੀ। ਠੀਕ ਹੈ ਜੀ, ਉਹ ਕੀ ਕਰਦੇ ਸੀ, ਮੈਂ ਤੁਹਾਨੂੰ ਪਹਿਲੀ ਦੱਸਤਾ, ਇੰਟਰਸਟ ਜ਼ਿਆਦਾ ਲੈਂਦੇ ਹੁੰਦੇ ਸੀਗੇ। ਠੀਕ ਹੈ ਜੀ, ਭਾਰਤੀ ਰਿਜ਼ਰਵ ਬੈਂਕ। ਨੈਕਸਟ ਆਪਾਂ ਨੇ ਪੜ੍ਹਿਆ ਸੀ ਕਿ ਰਿਜ਼ਰਵ ਬੈਂਕ ਵੀ ਵਿੱਤੀ ਸੰਸਥਾਵਾਂ ਵਿੱਚ ਸ਼ਾਮਿਲ ਹੈ। ਤਾਂ ਇਹ ਭਾਰਤ ਦਾ ਕੇਂਦਰੀ ਬੈਂਕ ਹੈ, ਤੁਹਾਨੂੰ ਪਤਾ ਹੈ। ਸੈਂਟਰਲ ਬੈਂਕ ਆਫ ਇੰਡੀਆ ਕੌਣ ਹੈ? RBI। ਠੀਕ ਹੈ ਜੀ, ਨੈਸ਼ਨਲ ਰਿਜ਼ਰਵ ਬੈਂਕ ਆਫ ਇੰਡੀਆ। ਇਸ ਦੀ ਸਥਾਪਨਾ 1935, ਸੌਰੀ ਮੈਂ 1956 ਕਹਿ ਗਈ, ਸੌਰੀ ਮੈਂ ਕੋਈ ਹੋਰ ਕੁਐਸਚਨ ਦਾ ਜਵਾਬ ਤੁਹਾਨੂੰ ਦੇਗੀ। 1935 ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ ਸੀਗੀ, ਉਹ ਮੈਨੂੰ ਕੋਈ ਹੋਰ ਕੁਐਸਚਨ ਯਾਦ ਆ ਗਿਆ ਸੀ, ਮੈਂ ਉਹਦਾ ਦੱਸ ਪਈ, ਸੌਰੀ। 1935 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ। ਠੀਕ ਹੈ, ਇਸ ਦਾ ਮੁੱਖ ਕੰਮ ਕੀ ਸੀਗਾ, ਨੋਟ ਜਾਰੀ ਕਰਨਾ। ਜੋ ਇਹਦਾ ਮੁੱਖ ਕੰਮ ਕੀ ਸੀਗਾ ਰਿਜ਼ਰਵ ਬੈਂਕ ਦਾ, ਨੋਟ ਜਾਰੀ ਕਰਨਾ। ਸਰਕਾਰੀ ਬੈਂਕ ਦਾ ਇਹ ਕੀ ਕਰਦੀ ਹੈ, ਜੋ ਸੈਂਟਰਲ ਬੈਂਕ ਹੁੰਦੀ ਆ ਉਹ ਨੋਟ ਜਾਰੀ ਕਰਦੀ ਹੁੰਦੀ ਆ। ਇਹ ਛੋਟਾ ਕੁਐਸਚਨ ਆ ਸਕਦਾ, ਇਸ ਕਰਕੇ ਇਹਨੂੰ ਯਾਦ ਰੱਖਿਓ। 1935 ਦੇ ਵਿੱਚ ਹੋਈ ਸੀਗੀ ਰਿਜ਼ਰਵ ਬੈਂਕ ਦੀ ਸਥਾਪਨਾ। ਠੀਕ ਹੈ ਜੀ, ਹੋ ਸਕੇ ਤਾਂ ਮੈਂ ਤੁਹਾਨੂੰ ਰਿਵਾਈਜ਼ ਕਰਨ ਲਈ ਨੈਕਸਟ ਵੀਡੀਓ ਦੇ ਵਿੱਚ ਵੀ ਪੁੱਛ ਸਕਦੀ ਹਾਂ। ਠੀਕ ਹੈ ਜੀ, ਇਸ ਦਾ ਮੁੱਖ ਕੰਮ ਨੋਟ ਜਾਰੀ ਕਰਨਾ। ਇਹਦਾ ਕੰਮ ਕੀ ਸੀਗਾ, ਨੋਟ ਜਾਰੀ ਕਰਨਾ। ਸਰਕਾਰੀ ਬੈਂਕਾਂ ਦਾ ਬੈਂਕਰ ਹੋਣਾ, ਮਤਲਬ ਬੈਂਕਾਂ ਦਾ ਬੈਂਕ ਕੌਣ ਆ, ਭਾਰਤੀ ਰਿਜ਼ਰਵ ਬੈਂਕ। ਠੀਕ ਹੈ ਜੀ, ਬੈਂਕਿੰਗ ਪ੍ਰਣਾਲੀ ਨੂੰ ਨਿਯਮਿਤ ਕਰਨਾ, ਨਿਯਮਿਤ ਮਤਲਬ ਰੂਲਸ ਰੈਗੂਲੇਸ਼ਨ ਬਣਾਉਣੇ। ਠੀਕ ਹੈ ਜੀ, ਇਹ ਸਾਰੀ ਰਿਜ਼ਰਵ ਬੈਂਕ ਕਰਦੀ ਹੈ। ਸਾਖ ਦਾ ਨਿਯੰਤਰਣ ਕਰਨਾ, ਜੋ ਉਹਨੇ ਸਾਖ ਹੈ ਉਹਦਾ ਕੰਟਰੋਲ ਕੌਣ ਕਰਦੀ ਹੈ, ਰਿਜ਼ਰਵ ਬੈਂਕ ਕਰਦੀ ਹੈ। ਤੇ ਇੱਥੇ ਰਿਜ਼ਰਵ ਬੈਂਕ ਦੇ ਕੰਮ ਦੱਸੇ ਨੇ। ਸਭ ਤੋਂ ਪਹਿਲਾਂ ਰਿਜ਼ਰਵ ਬੈਂਕ ਕੀ ਹੈ, ਸੈਂਟਰਲ ਬੈਂਕ ਹੈ, ਸਥਾਪਨਾ 1935 ਦੇ ਵਿੱਚ ਹੋਈ ਸੀਗੀ। ਤੇ ਇਹਦਾ ਕੀ ਕੰਮ ਹੈ, ਨੋਟ ਜਾਰੀ ਕਰਨਾ। ਤੇ ਕੀ ਕਰਦੀ ਹੈ, ਜਿਹੜੀਆਂ ਦੂਜੀਆਂ ਬੈਂਕਿੰਗ ਸੰਸਥਾਵਾਂ ਨੇ ਉਹਨਾਂ ਨੂੰ ਕੰਟਰੋਲ ਕਰਦੀ ਹੈ, ਉਹਨਾਂ ਦੇ ਲਈ ਨਿਯਮਿਤ ਉਹਨਾਂ ਦੇ ਜੋ ਕੰਮ ਦੀ ਦੇਖ ਰੇਖ ਕੌਣ ਕਰਦੀ ਹੈ, ਰਿਜ਼ਰਵ ਬੈਂਕ ਹੀ ਕਰਦੀ ਹੈ। ਠੀਕ ਹੈ ਜੀ, ਨੈਕਸਟ ਆ ਗਿਆ ਕਮਰਸ਼ੀਅਲ ਬੈਂਕ। ਕਮਰਸ਼ੀਅਲ ਕਿਹੜੇ ਹੁੰਦੇ ਨੇ, ਕਮਰਸ਼ੀਅਲ ਬੈਂਕ ਜਿਹੜਾ ਆ ਹੈਗੇ ਨੇ ਆਮ, ਜਿਨ੍ਹਾਂ ਨਾਲ ਆਪਾਂ ਸੰਪਰਕ ਕਰਦੇ ਹਾਂ। ਠੀਕ ਹੈ ਜੀ,
ਭਾਰਤ ਦੀ ਬੈਂਕਿੰਗ ਪ੍ਰਣਾਲੀ ਵਿੱਚ ਵਪਾਰਿਕ ਬੈਂਕਾਂ ਦਾ ਵਿਸ਼ੇਸ਼ ਮਹੱਤਵ ਹੈ। ਬੈਂਕਿੰਗ ਪ੍ਰਣਾਲੀ ਦੇ ਵਿੱਚ ਕਮਰਸ਼ੀਅਲ ਬੈਂਕ ਦਾ ਕੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਹੈ। ਇਹ ਬੈਂਕ ਅਕਸਰ ਅਲਪਕਾਲੀਨ ਕਰਜ਼ੇ ਦਿੰਦੇ ਨੇ, ਕੀ ਕਹਿੰਦੇ ਨੇ, ਥੋੜੇ ਸਮੇਂ ਲਈ ਕਰਜ਼ੇ ਦਿੰਦੇ ਨੇ। ਸਨ 1969 ਵਿੱਚ 14 ਅਤੇ ਸਨ 1980 ਵਿੱਚ 7 ਅਰਥਾਤ ਕੁੱਲ 21 ਬੈਂਕਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ। ਰਾਸ਼ਟਰੀਕਰਨ ਮਤਲਬ ਉਹਨਾਂ ਨੂੰ ਮਾਨਤਾ ਦੇ ਦਿੱਤੀ ਗਈ ਕਿ ਬੈਂਕ ਵੀ ਤੁਸੀਂ ਬੈਂਕ ਦੀ ਤਰ੍ਹਾਂ ਕੰਮ ਕਰ ਸਕਦੇ ਹੋ, ਠੀਕ ਹੈ ਜੀ। ਤਾਂ 1980 ਦੇ ਵਿੱਚ 7, ਫਿਰ ਉਸ ਤੋਂ ਬਾਅਦ ਯਾਨੀ ਟੋਟਲ 21 ਬੈਂਕਾਂ ਦਾ ਕੀ ਕਰ ਦਿੱਤਾ ਗਿਆ, ਰਾਸ਼ਟਰੀਕਰਨ ਕਰ ਦਿੱਤਾ ਗਿਆ, ਠੀਕ ਹੈ ਜੀ। ਰਾਸ਼ਟਰੀਕਰਨ ਦਾ ਅਰਥ ਹੈ ਕਿਸੇ ਦੇਸ਼ ਦੀ ਸਰਕਾਰ ਇਹਨਾਂ ਬੈਂਕਾਂ ਦੇ ਮਾਲਕ ਬਣ ਗਈ ਹੈ। ਰਾਸ਼ਟਰੀਕਰਨ ਮਤਲਬ ਵੀ ਉਹਦਾ ਕੰਟਰੋਲ ਕੌਣ ਕਰਦੀ ਆ, ਗਵਰਨਮੈਂਟ ਕਰਦੀ ਆ, ਠੀਕ ਹੈ ਜੀ। ਹੁਣ ਇਹ ਬੈਂਕ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਆਪਣੀ ਸ਼ਾਖਾਵਾਂ ਖੋਲ੍ਹਣ ਲੱਗੇ ਹਨ। ਤੇ ਹੁਣ ਇਹ ਜਿਹੜੇ ਬੈਂਕ ਨੇ ਉਹ ਕੀ ਕਰਦੇ ਨੇ, ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਵੀ ਤਾਂ ਸਹੂਲਤ ਚਾਹੀਦੀ ਹੈ ਨਾ ਬੈਂਕਿੰਗ ਦੀ, ਤਾਂ ਉਹ ਬੈਂਕ ਜਿਹੜੇ ਹੈਗੇ ਨੇ ਉਹ ਪਿੰਡਾਂ ਵਿੱਚ ਵੀ ਖੋਲ੍ਹਣ ਲੱਗ ਗਏ। ਰਾਸ਼ਟਰੀਕ੍ਰਿਤ ਬੈਂਕ ਜਿਨ੍ਹਾਂ ਦਾ ਕੌਣ ਹੈ, ਕੰਟਰੋਲਰ ਗਵਰਨਮੈਂਟ ਹੈ। ਲਾਭਦਾਇਕਤਾ ਦੇ ਨਾਲ ਸਮਾਜਿਕ ਕਲਿਆਣ ਨੂੰ ਵਧੇਰੇ ਹੁਣ ਜਦੋਂ ਗਵਰਨਮੈਂਟ ਇੱਥੇ ਕੰਟਰੋਲ ਕਰਦੀ ਹੈ ਤਾਂ ਗਵਰਨਮੈਂਟ ਦਾ ਮਤਲਬ ਸਿਰਫ ਪ੍ਰੋਫਿਟ ਕਮਾਉਣਾ ਨਹੀਂ ਹੁੰਦਾ, ਬਲਕਿ ਲੋਕਾਂ ਦਾ ਵੈਲਫੇਅਰ ਕਰਨਾ, ਕਲਿਆਣ ਕਰਨਾ ਵੀ ਹੁੰਦਾ ਗਾ, ਠੀਕ ਹੈ ਜੀ। ਇਹ ਬੈਂਕ ਸਮਾਜ ਦੇ ਗਰੀਬੀ ਅਤੇ ਪਿਛੜੇ ਹੋਏ ਵਰਗਾਂ ਨੂੰ ਘੱਟ ਵਿਆਜ ਤੇ ਰੁਪਇਆ ਦਿੰਦੀ ਹੈ। ਤੇ ਇਹ ਕੀ ਕਰਦੀ ਹੈ, ਜਿਹੜੇ ਪਿਛੜੇ ਹੋਏ ਲੋਕ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਤਾਂ ਉਹ ਕੀ ਕਰਦੀ ਹੈ, ਘੱਟ ਇੰਟਰਸਟ ਰੇਟ ਦੇ ਉੱਤੇ ਕੀ ਕਰਦੀ ਹੈ, ਉਹਨਾਂ ਨੂੰ ਪੈਸੇ ਕਰਜ਼ੇ ਦੇ ਉੱਤੇ ਦਿੰਦੀ ਹੈ। ਇਹ ਸਾਰੇ ਕੰਮ ਦੱਸੇ ਨੇ। ਤੇ ਤੁਹਾਨੂੰ ਕੁਐਸਚਨ ਐਵੇਂ ਆ ਸਕਦਾ ਗਾ ਕਿ ਬੈਂਕਿੰਗ ਅਤੇ ਗੈਰ ਬੈਂਕਿੰਗ ਸੰਸਥਾਵਾਂ ਦੇ ਬਾਰੇ ਲਿਖੋ ਜਾਂ ਵਿੱਤੀ ਸੰਸਥਾਵਾਂ ਦੇ ਬਾਰੇ ਲਿਖੋ, ਤਾਂ ਤੁਸੀਂ ਸਾਹੂਕਾਰ ਲਿਖ ਸਕਦੇ ਹੋ ਕਿ ਸਾਹੂਕਾਰ ਵੀ ਕੀ ਨੇ, ਵਿੱਤ ਦੇ ਨਾਲ ਹੀ ਸੰਬੰਧਿਤ ਕੰਮ ਕਰਦੇ ਨੇ, ਠੀਕ ਹੈ ਜੀ। ਰਿਜ਼ਰਵ ਬੈਂਕ ਆ ਗਏ, ਕਮਰਸ਼ੀਅਲ ਬੈਂਕ ਆ ਗਏ, ਕਿਵੇਂ ਕੰਮ ਕਰਦੇ ਨੇ, ਕੌਣ ਇਹਦਾ ਰਾਸ਼ਟਰੀਕਰਨ ਕਰਕੇ ਫਿਰ ਇਹ ਕੀ ਕਰਦੇ ਨੇ, ਸ਼ਹਿਰਾਂ ਦੇ ਤੋਂ ਇਲਾਵਾ ਪਿੰਡਾਂ ਦੇ ਵਿੱਚ ਵੀ ਇਹ ਖੁੱਲ੍ਹਣ ਲੱਗ ਗਏ ਨੇ। ਤੇ ਕੀ ਕਰਦੇ ਨੇ, ਲੋਕਾਂ ਦੇ ਕਲਿਆਣ ਦੇ ਨਾਲ ਨਾਲ ਕੀ ਕਰਦੇ ਨੇ, ਗਰੀਬ ਲੋਕਾਂ ਨੂੰ ਜਿਹੜੇ ਨੇ ਉਹਨਾਂ ਨੂੰ ਘੱਟ ਰੇਟ ਦੇ ਉੱਤੇ ਉਹ ਦਿੰਦੇ ਨੇ, ਉਧਾਰ ਦਿੰਦੇ ਨੇ, ਠੀਕ ਹੈ ਜੀ, ਇੰਟਰਸਟ ਰੇਟ ਦੇ ਉੱਤੇ। ਨੈਕਸਟ ਕੀ ਆ, ਵਿਸ਼ਿਸ਼ਟ ਬੈਂਕਿੰਗ ਸੰਸਥਾਵਾਂ। ਵਿਸ਼ਿਸ਼ਟ ਬੈਂਕਿੰਗ ਸੰਸਥਾਵਾਂ, ਠੀਕ ਹੈ ਜੀ। ਸਪੈਸੀਫਿਕ ਬੈਂਕਿੰਗ ਇੰਸਟੀਟਿਊਸ਼ਨਸ। ਆਜ਼ਾਦੀ ਪਿੱਛੋਂ ਦੇਸ਼ ਵਿੱਚ ਉਦਯੋਗਾਂ, ਖੇਤੀਬਾੜੀ, ਵਿਦੇਸ਼ੀ ਵਪਾਰ ਨੂੰ ਲੰਬੇ ਸਮੇਂ ਲਈ ਕਰਜ਼ੇ ਦੇਣ ਲਈ ਕਈ ਵਿਸ਼ਿਸ਼ਟ ਸੰਸਥਾਵਾਂ ਦੀ ਸਥਾਪਨਾ ਇਸ ਕਰਕੇ ਕੀਤੀ ਗਈ ਆਜ਼ਾਦੀ ਤੋਂ ਬਾਅਦ, ਤਾਂ ਜੋ ਜਿਹੜੇ ਵੀ ਇੰਡਸਟਰੀਜ਼ ਨੇ ਔਰ ਐਗਰੀਕਲਚਰ ਆ, ਜੋ ਹੋਰ ਵੀ ਕਈ ਵਿਦੇਸ਼ੀ ਵਪਾਰ ਨੇ ਜਿਨ੍ਹਾਂ ਨਾਲ ਆਪਾਂ ਦੂਸਰੇ ਦੇਸ਼ਾਂ ਨਾਲ ਸੰਪਰਕ ਕਰਨਾ, ਵਪਾਰ ਦੇ ਨਾਲ ਰਿਲੇਟਡ, ਤਾਂ ਹੁਣ ਆਪਾਂ ਬੜੇ ਬਿਜ਼ਨਸ ਕਰਨੇ ਆ, ਤਾਂ ਐਂ ਤਾਂ ਹੈ ਨਹੀਂ ਕਿ ਥੋੜੇ ਮੋਟੇ ਪੈਸੇ ਦੀ ਨਾਲ ਹੀ ਆਪਣਾ ਕੰਮ ਸਰ ਜੂ। ਹੁਣ ਬੜਾ ਬਿਜ਼ਨਸ ਕਰਾਂਗੇ ਤਾਂ ਓਬਵੀਅਸਲੀ ਆਪਾਂ ਨੂੰ ਜ਼ਿਆਦਾ ਪੈਸੇ ਜੀ ਚਾਹੀਦੇ ਹੋਣਗੇ, ਤਾਂ ਜ਼ਿਆਦਾ ਪੈਸੇ ਤਾਂ ਆਪਾਂ ਜਲਦੀ ਨਾਲ ਚੁਕਾ ਨਹੀਂ ਪਾਵਾਂਗੇ। ਤਾਂ ਉਹਨਾਂ ਦੇ ਲਈ ਕੀ ਕੀਤਾ ਗਿਆ, ਸਪੈਸੀਫਿਕ ਬੈਂਕਿੰਗ ਦੀ ਸਥਾਪਨਾ ਕੀਤੀ ਗਈ, ਤਾਂ ਜੋ ਉਹਨਾਂ ਨੂੰ ਨਾ ਜ਼ਿਆਦਾ ਕਰਜ਼ਾ ਵੀ ਮਿਲ ਸਕੇ ਤੇ ਉਹ ਲੰਬੇ ਸਮੇਂ ਦੇ ਲਈ ਲੈ ਸਕਣ, ਠੀਕ ਹੈ ਜੀ। ਉਦਾਹਰਨ ਵਜੋਂ ਉਦਯੋਗਾਂ ਨੂੰ ਕਰਜ਼ੇ ਦੇਣ ਲਈ ਭਾਰਤੀ ਉਦਯੋਗਿਕ ਵਿਕਾਸ ਬੈਂਕ, ਤਾਂ ਉਦਾਹਰਨ ਇਹਦੀ ਲਿਖੀ ਹੋਈ ਹੈ ਕਿ ਵਿਸ਼ੇਸ਼ ਸਪੈਸੀਫਿਕ ਬੈਂਕ ਕਿਹੜੇ ਨੇ, ਨਾਮ ਦੱਸੇ ਹੋਏ ਨੇ। ਭਾਰਤੀ ਉਦਯੋਗਿਕ ਵਿਕਾਸ ਬੈਂਕ ਜੋ ਕਿ ਉਦਯੋਗਾਂ ਦੇ ਵਿਕਾਸ ਦੇ ਲਈ ਕਰਜ਼ੇ ਦਿੰਦੀ ਹੈ, ਤਾਂ ਇਸ ਕਰਕੇ ਇਹਦਾ ਨਾਮ ਕੀ ਹੈ, ਉਦਯੋਗਿਕ ਵਿਕਾਸ ਬੈਂਕ। ਭਾਰਤੀ ਉਦਯੋਗਿਕ ਵਿੱਤ ਨਿਗਮ, ਠੀਕ ਹੈ, ਉਦਯੋਗਾਂ ਨੂੰ ਕੀ ਕਰਦੀ ਹੈ, ਵਿੱਤ ਦਿੰਦੀ ਹੈ, ਠੀਕ ਹੈ ਜੀ। ਹੋਰ ਵੀ ਕਈ ਮਤਲਬ ਕਿਸੇ ਨੂੰ ਵੀ ਵਿੱਤ ਦਿੰਦੀ ਹੈ ਜਿਹਨੂੰ ਲੰਬੇ ਸਮੇਂ ਦੇ ਲਈ ਵਿੱਤ ਚਾਹੀਦੇ ਨੇ, ਬਟ ਇਹਨਾਂ ਦੇ ਨਾਮ ਹੈ ਮੇਨ, ਠੀਕ ਹੈ ਜੀ। ਲਘੂ ਉਦਯੋਗਿਕ ਵਿਕਾਸ ਬੈਂਕ ਆਦਿ ਦੀ ਸਥਾਪਨਾ ਕੀਤੀ ਗਈ। ਖੇਤੀਬਾੜੀ ਲਈ ਕਰਜ਼ਿਆਂ ਦੀ ਵਿਵਸਥਾ, ਸਹਿਕਾਰੀ ਸਮਿਤੀਆਂ, ਜੋ ਵੀ ਖੇਤੀਬਾੜੀ ਕਰਨੇ ਨੇ ਤਾਂ ਉਹਨਾਂ ਦੇ ਲਈ ਜੇ ਕਰਜ਼ਾ ਚਾਹੀਦਾ ਗਾ ਉਹਦੀ ਵਿਵਸਥਾ ਕਰਨੀ, ਸਹਿਕਾਰੀ ਸਮਿਤੀਆਂ ਦੀ ਵਿਵਸਥਾ ਕਰਨੀ, ਠੀਕ ਹੈ ਜੀ। ਇਹ ਸਾਰੀ ਕੀ ਨੇ, ਸਪੈਸੀਫਿਕ ਬੈਂਕ ਦੇ ਵਿੱਚ ਆ ਜਾਂਦੇ ਨੇ। ਪੇਂਡੂ ਖੇਤੀ ਬੈਂਕ ਆ ਗਿਆ, ਭੂਮੀ ਵਿਕਾਸ ਬੈਂਕ, ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ ਜਿਹਨੂੰ ਨਾਬਾਰਡ ਕਹਿੰਦੇ ਆ, ਠੀਕ ਹੈ ਜੀ, ਨਾਬਾਰਡ, ਠੀਕ ਹੈ ਜੀ। ਨੈਸ਼ਨਲ, ਰਾਸ਼ਟਰੀ ਮਤਲਬ ਨੈਸ਼ਨਲ ਖੇਤੀ ਐਗਰੀਕਲਚਰ, ਠੀਕ ਹੈ, ਐਂਡ और पेंडू मतलब पता ही है ਤੁਹਾਨੂੰ, रूरल, और विकास मतलब ਉਹ ਕਰਨਾ, ग्रोथ करना, और बैंक, ठीक है जी। इस करके ਇਹਦਾ ਇੰਗਲਿਸ਼ ਦੇ ਵਿੱਚ ਨਾਬਾਰਡ ਕਹਿੰਦੇ ਆ, ਠੀਕ ਹੈ ਜੀ। ਨਾਬਾਰਡ ਕਹਿ ਦਿਓ ਜਾਂ ਫਿਰ ਕਹਿ ਦਿਓ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ, ਠੀਕ ਹੈ ਜੀ। यातायात निर्यात बैंक की स्थापना विदेशी व्यापार ਨੂੰ ਵਿੱਤੀ ਸਹੂਲਤਾਂ ਦੇਣ ਲਈ ਕੀਤੀ ਗਈ। ਤੇ यातायात ਜਿਹੜੇ ਬੈਂਕ ਨੇ ਇਹਨਾਂ ਦੀ ਸਥਾਪਨਾ ਕਿਉਂ ਕੀਤੀ ਗਈ, ਤਾਂ ਜੋ ਵਿਦੇਸ਼ੀ ਵਪਾਰ ਨੂੰ ਸਹੂਲਤ ਪ੍ਰਦਾਨ ਕੀਤੀ ਜਾ ਸਕੇ, ਵਿੱਤ ਦਿੱਤੀ ਜਾ ਸਕੇ, ਠੀਕ ਹੈ ਜੀ।
ਹੁਣ ਜਿਵੇਂ ਕਿ ਅੱਗੇ ਪੜ੍ਹ ਰਹੇ ਹਾਂ, ਪੰਜਵਾਂ ਕੀ ਹੈ, ਗੈਰ ਬੈਂਕਿੰਗ ਵਿੱਤੀ ਸੰਸਥਾਵਾਂ। ਇਹ ਵੀ ਬੈਂਕ ਦੇ ਨੇ, ਠੀਕ ਹੈ ਜੀ, ਪਰ ਇਹ ਕੀ ਨੇ, ਗੈਰ ਬੈਂਕਿੰਗ ਨੇ, ਬੈਂਕ ਨਹੀਂ ਹੈਗੇ ਪਰ ਬੈਂਕ ਦੀ ਤਰ੍ਹਾਂ ਕੰਮ ਕਰਦੇ ਨੇ। ਨॉन ਬੈਂਕਿੰਗ ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਗੈਰ ਬੈਂਕਿੰਗ ਵਿੱਤੀ ਸੰਸਥਾਵਾਂ ਉਹ ਸੰਸਥਾਵਾਂ ਹਨ ਜੋ ਜਨਤਾ ਅਤੇ ਹੋਰਨਾਂ ਖੇਤਰਾਂ ਪਾਸੋਂ ਧਨ ਪ੍ਰਾਪਤ ਕਰਦੀਆਂ ਹਨ। ਕੀ ਕਰਦੀਆਂ ਨੇ ਇਹ? ਜਨਤਾ ਅਤੇ ਹੋਰ ਕਿਸੇ ਖੇਤਰ ਤੋਂ ਕੀ ਕਰਦੇ ਨੇ, ਧਨ ਨੂੰ ਪ੍ਰਾਪਤ ਕਰਦੀਆਂ ਹਨ, ਉਸ ਨੂੰ ਧਨ ਉਧਾਰ ਦਿੰਦੀਆਂ ਹਨ, ਜਾਂ ਫਿਰ ਧਨ ਨੂੰ ਪ੍ਰਾਪਤ ਕਰਦੇ ਨੇ, ਜਾਂ ਫਿਰ ਧਨ ਨੂੰ ਉਧਾਰ ਦਿੰਦੇ ਹਨ, ਜਾਂ ਉਹਨਾਂ ਦਾ ਨਿਵੇਸ਼ ਕਰਦੀਆਂ। ਨਿਵੇਸ਼ ਮਤਲਬ ਕਿਤੇ ਕਿਸੇ ਕੰਪਨੀ ਦੇ ਵਿੱਚ ਕੀ ਕਰਦੇ ਨੇ, ਇਨਵੈਸਟਮੈਂਟ ਵੀ ਕਰਦੀਆਂ ਹਨ ਇਹ ਬੈਂਕ, ਠੀਕ ਹੈ ਜੀ। ਪਰ ਇਹ ਸੰਸਥਾਵਾਂ ਬੈਂਕ ਤੋਂ ਦੇ ਹੋਰਨਾਂ ਕੰਮਾਂ ਜਿਵੇਂ ਕਿ ਚੈੱਕ ਰਾਹੀਂ ਰੁਪਇਆ ਕਢਾਉਣ ਦੀਆਂ ਸਹੂਲਤ ਦੇਣੀਆਂ, ਡਰਾਫਟ ਜਾਰੀ ਕਰਨਾ, ਹੁੱਡੀਆਂ ਦੀ ਕਟੌਤੀ ਕਰਨਾ ਆਦਿ ਕੰਮ ਨਹੀਂ ਕਰਦੀਆਂ। ਹੁਣ ਜਿਵੇਂ ਬੈਂਕ ਆਪਾਂ ਨੂੰ ਦਿੰਦੀਆਂ ਨੇ ਵੀ ਤੁਸੀਂ ਚੈੱਕ ਨਾਲ ਪੈਸੇ ਕਢਵਾ ਸਕਦੇ ਹੋ, ਠੀਕ ਹੈ ਜੀ। ਡਰਾਫਟ ਕੀ ਹੁੰਦਾ ਸੀਗਾ ਕਿ ਇੱਕ ਬੈਂਕ ਉਹ ਬਣਾ ਦਿੱਤਾ ਜਾਂਦਾ ਸੀਗਾ, ਬੈਂਕਨਾਮਾ ਬਣਾ ਦਿੱਤਾ ਜਾਂਦਾ ਸੀਗਾ। ਫਿਰ ਉਹ ਬੈਂਕ ਨੂੰ ਕੀ ਕਰਦੇ ਹੁੰਦੇ ਸੀ, ਜਿਵੇਂ ਮੰਨ ਲਓ ਤੁਸੀਂ ਡਰਾਫਟ ਹੈ ਜਿਹਦੇ ਵਿੱਚ ਨਾ ਬੈਂਕ ਨੇ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਕੀ ਕਰਨੇ ਹੁੰਦੇ ਸੀਗੇ, ਉਹ ਪੈਸਾ ਨਿਸ਼ਚਿਤ ਸਮੇਂ ਤੋਂ ਬਾਅਦ ਉਹਨੂੰ ਜਿਸ ਨੂੰ ਦੇਣੇ ਹੁੰਦੇ ਨੇ, ਜਿਸ ਦਾ ਨਾਮ ਉਸ ਲਿਸਟ ਉਹਦੇ ਵਿੱਚ ਹੁੰਦਾ ਗਾ, ਡਾਕੂਮੈਂਟ ਦੇ ਵਿੱਚ ਹੁੰਦਾ ਗਾ, ਉਹਨੂੰ ਦੇਣੇ ਹੁੰਦੇ ਨੇ, ਠੀਕ ਹੈ ਜੀ। ਉਹ ਬੈਂਕ ਦੀ ਕੀ ਹੁੰਦੀ ਹੈ, ਜ਼ਿੰਮੇਵਾਰੀ ਹੁੰਦੀ। ਤਾਂ ਇੱਕ ਡਰਾਫਟ ਹੁੰਦਾ ਗਾ, ਠੀਕ ਹੈ ਜੀ। ਅੱਗੇ ਇਹਦੇ ਬਾਰੇ ਪੜ੍ਹੋਗੇ, ਫਿਲਹਾਲ ਤੁਹਾਨੂੰ ਮੈਂ ਇਹ ਦੱਸ ਦਿੰਦੀ ਵੀ ਡਰਾਫਟ ਕੀ ਹੁੰਦਾ ਸੀਗਾ ਕਿ ਉਹਦੇ ਵਿੱਚ ਬੈਂਕ ਦੇ ਜੋ ਨਿਸ਼ਚਿਤ ਸਮੇਂ ਤੋਂ ਬਾਅਦ ਜਿਹੜੇ ਜਿਹਨੂੰ ਦੇਣੇ ਹੁੰਦੇ ਸੀਗੇ ਧਾਰਕ ਨੂੰ, ਉਹਨੂੰ ਦੇਣੇ ਪੈਂਦੇ ਨੇ, ਠੀਕ ਹੈ ਜੀ। ਹੁੱਡੀਆਂ ਦੀ ਕਟੌਤੀ ਕਰਨਾ, ਹੁੱਡੀਆਂ ਮਤਲਬ ਕੀ ਕਰਨਾ ਵੀ ਉਹ ਪਹਿਲਾਂ ਨਾ ਹੁੱਡੀ ਵਰਡ ਬਹੁਤ ਸੀਗਾ, ਉਹ ਜਾਣਿਆ ਜਾਂਦਾ ਸੀ ਵੀ ਇਹਦੇ ਵਿੱਚ ਕੀ ਕੀਤਾ ਜਾਂਦਾ ਸੀਗਾ ਕਿ ਲੋਕ ਇਨਕਮ ਟੈਕਸ ਤੋਂ ਬਚਣ ਦੇ ਲਈ ਕੀ ਕਰਦੇ ਹੁੰਦੇ ਸੀਗੇ, ਇਸ ਤਰ੍ਹਾਂ ਦਾ ਰਸਤਾ ਅਪਣਾਉਂਦੇ ਹੁੰਦੇ ਸੀਗੇ ਵੀ ਸ਼ੋਅ ਨਹੀਂ ਹੋਣ ਦਿੰਦੇ ਸੀ ਉਹਨਾਂ ਕੋਲ ਪੈਸਾ ਹੈ, ਪਰ ਉਹ ਲੈਣ ਦੇਣ ਕਰਦੇ ਹੁੰਦੇ ਸੀਗੇ, ਠੀਕ ਹੈ ਜੀ। ਆਦਿ ਕੰਮ ਰੁਪਇਆ ਕਢਾਉਣ ਅਤੇ ਇਹਨਾਂ ਦੁਆਰਾ ਜਿਹੜਾ ਡਰਾਫਟ ਰਾਹੀਂ ਹੁੱਡੀਆਂ ਦੁਆਰਾ ਜਾਂ ਫਿਰ ਕਿਸੇ ਵੀ ਤਰੀਕੇ ਦੁਆਰਾ ਪੈਸੇ ਕਢਵਾਉਣਾ ਬੈਂਕ ਤੋਂ ਇਹ ਸਹੂਲਤ ਨਹੀਂ ਦਿੰਦੀਆਂ ਹੈਗੀਆਂ, ਠੀਕ ਹੈ ਜੀ। ਭਾਰਤ ਦੀਆਂ ਮੁੱਖ ਗੈਰ ਬੈਂਕਿੰਗ ਸੰਸਥਾਵਾਂ ਜਿਵੇਂ ਕਿ ਯੂਨਿਟ ਟਰਸਟ ਅਤੇ ਜੀਵਨ ਬੀਮਾ ਨਿਗਮ, ਇਹਦੀ ਐਗਜ਼ਾਮਪਲ ਦੱਸਦੀ ਤੇ ਇਹਦੇ ਕੰਮ ਦੱਸਦੇ, ਠੀਕ ਹੈ ਜੀ। ਯੂਨੀਅਨ ਟਰਸਟ ਅਤੇ ਜੀਵਨ ਬੀਮਾ, ਠੀਕ ਹੈ ਜੀ। ਸਟਾਕ ਐਕਸਚੇਂਜ ਕੀ ਹੁੰਦਾ ਗਾ, ਨੈਕਸਟ ਕੀ ਆ, ਸਟਾਕ ਐਕਸਚੇਂਜ। ਸਟਾਕ ਐਕਸਚੇਂਜ ਉਹ ਸੰਸਥਾਵਾਂ ਹਨ ਜਿੱਥੇ ਕੰਪਨੀਆਂ ਦੇ ਸ਼ੇਅਰ ਅਤੇ ਡਿਬੇਂਚਰ ਖਰੀਦੇ ਅਤੇ ਵੇਚੇ ਜਾਂਦੇ ਹਨ, ਠੀਕ ਹੈ ਜੀ। ਜਿੱਥੇ ਕੀ ਕੀਤੇ ਜਾਂਦੇ ਨੇ, ਉਹਨਾਂ ਦੇ ਸ਼ੇਅਰ ਜਿਹੜੇ ਹੈਗੇ ਨੇ ਉਹ ਖਰੀਦੇ ਅਤੇ ਵੇਚੇ ਜਾਂਦੇ ਨੇ, ਡਿਬੇਂਚਰ, ਠੀਕ ਹੈ ਜੀ। ਡਿਬੇਂਚਰ ਕੀ ਹੁੰਦੇ ਨੇ, ਕ੍ਰੈਡਿਟ ਪੱਤਰ, ਜਿਹਦੇ ਵਿੱਚ ਉਹ ਕੀ ਕਰਦੇ ਨੇ, ਉਧਾਰ ਮਤਲਬ ਇਹ ਵੀ ਇੱਕ ਡਰਾਫਟ ਦੀ ਤਰ੍ਹਾਂ ਹੀ ਹੁੰਦਾ ਗਾ ਵੀ ਉਹਦੇ ਵਿੱਚ ਕੀ ਕਰਦੇ ਹੁੰਦੇ ਨੇ ਕਿ ਇੱਕ ਉਹ ਬਣਾ ਲੈਂਦੇ ਹੁੰਦੇ ਨੇ ਆਪਣਾ ਡਾਕੂਮੈਂਟ ਜਿਹਦੇ ਵਿੱਚ ਨਾ ਉਹ ਉਹਨਾਂ ਦੀ ਇੱਕ ਅਮਾਊਂਟ ਹੁੰਦੀ ਆ ਤੇ ਉਹਦੇ ਵਿੱਚ ਉਹਦੇ ਸਿਗਨੇਚਰ ਹੁੰਦੇ ਨੇ, ਤੇ ਉਹ ਜਦੋਂ ਕਿਸੇ ਕੋਲ ਗਿਰਵੀ ਰੱਖ ਦੇਵੇਗਾ ਤਾਂ ਅਗਰ ਜਿੰਨਾ ਉਹ ਕਰਜ਼ਾ ਚਾਹੀਦਾ ਉਹਨੂੰ ਮਿਲ ਜਾਂਦਾ ਹੁੰਦਾ ਗਾ। ਤੇ ਫਿਰ ਉਹ ਜਿੱਥੋਂ ਕਰਜ਼ਾ ਲੈਂਦਾ ਹੁੰਦਾ ਨਾ ਤਾਂ ਉਹ ਪਾਰਟੀ ਨੂੰ ਕੋਈ ਉਹ ਵੀ ਨਹੀਂ ਹੁੰਦੀ, ਪਰੇਸ਼ਾਨੀ ਵੀ ਨਹੀਂ ਹੁੰਦੀ ਜੇ ਇਹ ਪੈਸਾ ਨਾ ਵੀ ਮੋੜੇ, ਉਹਨੂੰ ਮਤਲਬ ਨਾ ਵੀ ਵਾਪਸ ਕਰੇ, ਤਦ ਉਹ ਕੀ ਕਰਦੇ, ਜੋ ਵੀ ਉਹਦਾ ਡਾਕੂਮੈਂਟ ਜੋ ਗਿਰਵੀ ਰੱਖਿਆ ਗਾ, ਉਹਦਾ ਪੱਤਰ ਸਾਖ ਪੱਤਰ ਜੋ ਗਿਰਵੀ ਰੱਖ ਕੇ ਗਿਆ ਆ, ਤਾਂ ਉਹ ਕੀ ਕਰੂਗਾ, ਕਿਸੇ ਦੂਸਰੇ ਨੂੰ ਵੇਚ ਕੇ ਉਹਨਾਂ ਪੈਸਾ ਆਪਣਾ ਪ੍ਰਾਪਤ ਕਰ ਸਕਦਾ ਗਾ, ਠੀਕ ਹੈ ਜੀ। ਤਾਂ ਇਹ ਵੀ ਕੀ ਨੇ, ਇਹ ਐਕਸਚੇਂਜ ਕੀਤੇ ਜਾਂਦੇ ਨੇ, ਮਤਲਬ ਵੇਚੇ ਅਤੇ ਖਰੀਦੇ ਜਾਂਦੇ ਨੇ। ਇਹਨਾਂ ਸ਼ੇਅਰ ਇਸ ਲਈ ਇਹਨਾਂ ਨੂੰ ਸ਼ੇਅਰ ਬਾਜ਼ਾਰ ਕਿਹਾ ਜਾਂਦਾ ਗਾ। ਸ਼ੇਅਰ ਬਾਜ਼ਾਰ ਤਾਂ ਤੁਸੀਂ ਸੁਣਿਆ ਹੀ ਹੋਊਗਾ, ਠੀਕ ਹੈ ਜੀ। ਜਿੱਥੇ ਸ਼ੇਅਰ ਅਤੇ ਡਿਬੇਂਚਰ ਖਰੀਦੇ ਤੇ ਵੇਚੇ ਜਾਂਦੇ ਨੇ ਉਹਨਾਂ ਨੂੰ ਆਪਾਂ ਸ਼ੇਅਰ ਬਾਜ਼ਾਰ ਕਹਿੰਦੇ ਹਾਂ, ਜਿੱਥੇ ਸਟਾਕ ਐਕਸਚੇਂਜ ਹੁੰਦਾ ਗਾ। ਤਾਂ ਇਹਦਾ ਨਾਮ ਹੈ ਸਟਾਕ ਐਕਸਚੇਂਜ। ਸਟਾਕ ਮਤਲਬ ਜੋ ਤੁਹਾਡੇ ਕੋਲ ਸ਼ੇਅਰ ਅਤੇ ਡਿਬੇਂਚਰ ਨੇ ਉਹਦਾ ਐਕਸਚੇਂਜ ਕਰ ਦੇਣਾ, ਠੀਕ ਹੈ ਜੀ। ਸੰਖੇਪ ਵਿੱਚ ਭਾਰਤੀ ਅਰਥਵਿਵਸਥਾ ਦੇ ਆਰਥਿਕ ਵਿਕਾਸ ਵਿੱਚ ਸਮਾਜਿਕ ਆਰਥਿਕ ਸੰਰਚਨਾਵਾਂ ਜਿਵੇਂ ਕਿ ਸਿੱਖਿਆ, ਸਿਹਤ, ਆਵਾਸ, ਆਰਥਿਕ ਆਧਾਰਿਕ ਸੰਰਚਨਾਵਾਂ, ਠੀਕ ਹੈ ਜੀ। ਹੁਣ ਭਾਰਤੀ ਅਰਥਵਿਵਸਥਾ ਦੇ ਆਰਥਿਕ ਵਿਕਾਸ ਦੇ ਲਈ ਜਿਹੜੀ ਕਿ ਸਮਾਜਿਕ ਆਰਥਿਕ ਸੰਰਚਨਾਵਾਂ ਨੇ, ਸਮਾਜਿਕ ਆਰਥਿਕ ਸੰਰਚਨਾਵਾਂ ਜਿਹੜੀ ਕਿ ਸਮਾਜ ਦੇ ਕਲਿਆਣ ਲਈ ਜ਼ਰੂਰੀ ਨੇ, ਜਿਵੇਂ ਕਿ ਸਿੱਖਿਆ, ਸਿਹਤ, ਆਵਾਸ ਮਤਲਬ ਰੈਜ਼ੀਡੈਂਟ ਸੀਗਾ, ਠੀਕ ਹੈ ਜੀ। ਆਰਥਿਕ ਆਧਾਰਿਕ ਸੰਰਚਨਾਵਾਂ ਜੋ ਆਪਾਂ ਪੜ੍ਹ ਚੁੱਕੇ ਹਾਂ, ਠੀਕ ਹੈ ਜੀ। ਇਨਫਰਾਸਟ੍ਰਕਚਰ, ਟਰਾਂਸਪੋਰਟ, ਵਹੀਕਲਸ ਵਗੈਰਾ, ਠੀਕ ਹੈ ਜੀ। ਇਹ ਅੱਗੇ ਵੀ ਨੇ ਬਿਜਲੀ, ਵਿੱਤੀ, ਬੈਂਕਿੰਗ ਸੰਸਥਾਵਾਂ ਜੋ ਹੁਣ ਤੱਕ ਆਪਾਂ ਪੜ੍ਹ ਚੁੱਕੇ ਹਾਂ, ਉਹ ਇਹ ਸਾਰੇ ਕੀ ਨੇ, ਸਮਾਜਿਕ ਆਰਥਿਕ ਸੰਰਚਨਾ ਅਤੇ ਆਰਥਿਕ ਵਿਕਾਸ ਦੇ ਲਈ ਕੀ ਨੇ, ਜ਼ਰੂਰੀ ਨੇ ਕਿਸੇ ਵੀ ਅਰਥਵਿਵਸਥਾ ਦੇ ਲਈ, ਠੀਕ ਹੈ ਜੀ। ਹੁਣ ਨੈਕਸਟ ਤਾਂ ਹੈਗਾ ਆ ਕੰਜ਼ੂਮਰ ਐਕਸਪਲੋਇਟੇਸ਼ਨ ਐਂਡ ਪ੍ਰੋਟੈਕਸ਼ਨ, ਠੀਕ ਹੈ ਜੀ। ਜਿੱਥੇ ਆਪਾਂ ਕੰਜ਼ੂਮਰ ਨੂੰ ਕੀ ਕਰਦੇ ਹਾਂ, ਉਹਦੀ ਸ਼ੋਸ਼ਣ ਹੋਣ ਤੋਂ ਕਿਵੇਂ ਬਚਿਆ ਜਾ ਸਕਦਾ ਉਹਦੇ ਬਾਰੇ ਪੜਾਂਗੇ, ਤੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ। ਇੱਥੇ ਆਪਾਂ ਆਪਣਾ ਜੋ ਹੈ ਆਪਾਂ ਖਤਮ ਕਰਦੇ ਹਾਂ ਟੌਪਿਕ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਹ ਡਿਸਕਸ ਕਰਾਂਗੇ।
तो आई होप ਤੁਹਾਨੂੰ ਸਭ ਕੁਝ ਸਮਝ ਆ ਗਿਆ ਹੋਊਗਾ। ਠੀਕ ਹੈ ਜੀ, ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਪੁੱਛ ਸਕਦੇ ਹੋ। ਤੇ ਥੈਂਕ ਯੂ, ਵੈਲਕਮ, ਬਾਏ ਬਾਏ।